ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਵਾਰ ਮਾਝ ਕੀ ਤਥਾ ਸ਼ਲੋਕ ਪਹਿਲਾ ਪਹਿਲਾ ਜੋ ਕਿ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ, ਜਿਸ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ 2 ਹਫ਼ਤਿਆਂ ਤੋਂ ਆਰੰਭ ਕੀਤੀ ਹੋਈ ਹੈ। 4 ਪੌੜੀਆਂ ਦੇ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ। ਅੱਜ 5ਵੀਂ ਪੌੜੀ ਅਤੇ ਉਸ ਦੇ ਨਾਲ ਲੱਗਦੇ ਸ਼ਲੋਕਾਂ ਦੀ ਵਿਚਾਰ ਕਰਾਂਗੇ। ਆਓ ਪਹਿਲਾਂ ਸ਼ਲੋਕ ਦਾ ਪਾਠ ਕਰ ਲੈਂਦੇ ਹਾਂ। ਸ਼ਲੋਕ ਮਹਿਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੋ ਸਮਝਾਵਨ ਜਾਏ। ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਸੰਖੇਪ ਜਿਹਾ ਸ਼ਲੋਕ ਹੈ, ਪਰ ਗੱਲ ਬਹੁਤ ਡੀਪ ਔਰ ਬਹੁਤ ਜ਼ਿਆਦਾ ਇੰਪੋਰਟੈਂਟ ਗੁਰੂ ਸਾਹਿਬ ਨੇ ਸਮਝਾਈ ਹੈ। ਇਹਦੇ ਅੰਦਰ ਐਸੇ ਇਨਸਾਨ ਦਾ ਕਿਰਦਾਰ ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਅੰਦਰ ਪੇਸ਼ ਕੀਤਾ ਹੈ, ਜਿਹੜੇ ਦੁਨੀਆ ਦੇ ਵਿੱਚ ਸਾਨੂੰ ਕਈ ਥਾਵਾਂ ਤੇ ਮਿਲਦੇ ਵੀ ਹਨ। ਸਾਡੇ ਸਮਾਜ ਦੇ ਅੰਦਰ, ਸਾਡੀ ਜਾਣ ਪਛਾਣ ਦੇ ਅੰਦਰ ਵੀ ਐਸੇ ਬੜੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਇਸ ਸ਼ਲੋਕ ਦੀ ਡਿਸਕ੍ਰਿਪਸ਼ਨ ਫਿੱਟ ਬੈਠਦੀ ਹੈ। तो गुरु साहब पहली पंक्ति फरमाते हैं कि कूड़ बोल मुर्दार खाए। कूड़ का भाव है झूठ, गलत बयान करना, वो चीज़ बोलनी जिहड़ी सच नहीं है, जिहड़ा हकीकत नहीं है, झूठ बोलना। तो गुरु साहब की नज़रां दे विच ये काम मुर्दार खान दे तुल है। मुर्दार का अर्थ हुंदा है मुर्दा जानवर या मुर्दा जीव। मुर्दार किसी भी मरे हुए प्राणी नूं कहा जा सकता है, जिवें डैड बॉडी नूं। आम तौर पर जिहड़े लोग नॉन वैजीटेरियन फूड खाते हैं, मांसाहारी हैं, वो उसे ही जीव जंतु नूं खाते हैं, पंछी नूं या जानवर नूं ਜਿਹੜਾ ਮਾਰਿਆ ਗਿਆ ਹੁੰਦਾ ਹੈ। ਆਪਣੇ ਆਪ ਆਪਣੀ ਨੈਚੁਰਲ ਡੈਥ ਮਰੇ ਹੋਏ ਨੂੰ ਉਹਨਾਂ ਦਾ ਮਾंस ਉਹ ਨਹੀਂ ਖਾਂਦੇ ਆਮ ਤੌਰ ਤੇ, ਚਾਹੇ ਉਹ ਝਟਕੇ ਦੇ ਤਰੀਕੇ ਨਾਲ ਉਹਨਾਂ ਦਾ ਕਤਲ ਕਰਨ, ਚਾਹੇ ਹਲਾਲ ਦੇ ਤਰੀਕੇ ਨਾਲ ਕਰਨ, ਪਰ ਐਸੇ ਹੀ ਜੀਵਾਂ ਦਾ ਮਾंस ਖਾਧਾ ਜਾਂਦਾ ਹੈ ਜਿਹੜੇ ਮਾਰੇ ਜਾਂਦੇ ਹਨ। ਆਪਣੇ ਆਪ ਮਰੇ ਹੋਏ ਜਾਨਵਰ ਜਾਂ ਪੰਛੀ ਦਾ ਮਾंस आम तौर पर लोग नहीं खाते, पर मुर्दार लफज ऐसी बॉडी वास्ते भी वरत्या जाता है जिहड़ी आपों मरे हुए जानवर या किसी जीव की डेड बॉडी है। साडे समाज के अंदर और खास तौर पर साडे सिखां दे समाज के अंदर भी मांस खान या ना मांस खान के बारे बहुत ज़्यादा बहस मुबैसा होता है। और खास तौर पे धार्मिक फोरम जिस तरह की साड़ी क्लास है या होर इस तरह के जोड़े फोरम होंगे हैं जिथे धार्मिक मसलियां की विचार की जाती है, उत्थे जे कभी मांस का मसला उठ पवे तो फिर वो बहस मुक्कन ही नहीं आती। जोड़े खाण वाले ने वो हक विच बोलते हैं, जोड़े ना खाण वाले ने वो अपनी दलीलां पेश कर करके ते मांस खाण के जिन्ने भी नुकसान ने और जिन्नी वो समझते हैं कि इखलाकी तौर के उत्ते भी वो माड़ा काम है, वो उस दे बारे दलील देंगे हैं और ये बहस मुकदी नहीं है। और कई बारी तो बहस करने वाले एक दूजे नाल बहुत ज़्यादा तलख भी हो जाते हैं। पर अज तक मैं इस मसले के उत्ते कभी बहस होंदी, कोई विचार वटांदरा होंदा नहीं सुनिया ना देखिया है जिथे किसी ने इस गल के उत्ते बहस की होवे कि जीवन दे विच कूड़ बोल लेना चाहिए है कि नहीं बोलना चाहिए, झूठ बोल लेना चाहिए है कि नहीं। आम जो लोगों के वर्तारे तो गल समझ आती है कि झूठ बोलना तो एक एक्सैप्टेबल एक्टिविटी मनिया जाता है। खास तौर पर जोड़े व्यापारी लोग होंगे हैं वो कहते हैं नहीं जी ये तो व्यापार का पड़दा है, झूठ थोड़े है।
ਬਈ ਜੇ ਮੈਂ 100 ਰੁਪਏ ਦੀ ਚੀਜ਼ ਖਰੀਦੀ ਹੈ ਤੇ ਮੈਂ ਕਹਿ ਰਿਹਾ ਵਾਂ ਗਾਹਕ ਨੂੰ ਕਿ ਬਈ ਮੈਂ ਤਾਂ ਭਾਅ ਦੇ ਭਾਅ ਦੇ ਰਿਹਾ, ਬਸ 200 ਰੁਪਏ ਦੀ ਤੁਹਾਨੂੰ ਦੇ ਰਿਹਾ, ਇਹ ਤੇ ਭਾਅ ਦੇ ਭਾਅ, ਮੈਂ ਤਾਂ ਇਹਦੇ ਚੋਂ ਕੁਝ ਕਮਾ ਹੀ ਨਹੀਂ ਰਿਹਾ। ਇਹ ਵਪਾਰ ਦੀ ਤਕਨੀਕ ਹੈ, ਇਹ ਝੂਠ ਨਹੀਂ ਹੈ। ਇਸੇ ਤਰ੍ਹਾਂ ਹੀ ਰਿਸ਼ਤੇਦਾਰੀਆਂ ਦੇ ਵਿੱਚ ਸਾਕ ਸੰਬੰਧੀਆਂ ਦੇ ਜਦੋਂ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਲੋਕੀ ਮਿਲਦੇ ਬੈਠਦੇ ਹਨ ਤੇ ਕਈ ਗੱਲਾਂ ਦੇ ਬਾਰੇ ਜਿਹੜੇ ਹਨ ਛੋਟੇ ਮੋਟੇ ਝੂਠ ਬੋਲਦੇ ਹੀ ਰਹਿੰਦੇ ਹਨ ਆਮ, ਔਰ ਉਹਨਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਬਈ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ। ਇੱਕ ਆਮ ਮੈਨੂੰ ਆਪਣੇ ਵਰਤੋਂ ਵਿਹਾਰ ਵਿੱਚ ਇੱਕ ਸੱਜਣ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਮੈਨੂੰ ਗੱਲ ਯਾਦ ਆਈ ਹੈ। ਉਹਨੂੰ ਜਦੋਂ ਵੀ ਮੈਂ ਪੁੱਛਦਾ ਸੀ ਨਾ ਵੀ ਕਿੱਧਰ ਜਾ ਰਿਹਾ ਹੈ ਤੇ ਉਹਦਾ ਹਮੇਸ਼ਾ ਜਵਾਬ ਹੁੰਦਾ ਸੀ ਮੈਂ ਆ ਰਿਹਾ ਹਾਂ। ਹੁਣ ਇਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਕਿ ਵੀ ਜੇ ਉਹਨੇ ਇਹ ਜ਼ਾਹਰ ਨਹੀਂ ਕੀਤਾ ਕਿ ਮੈਂ ਕਿੱਥੇ ਜਾ ਰਿਹਾ ਹਾਂ, ਔਰ ਉਹ ਇਹ ਵੀ ਕਹਿ ਸਕਦਾ ਸੀਗਾ ਕਿ ਮੈਂ ਕਿਧਰੇ ਜਾ ਰਿਹਾ ਹਾਂ ਪਰ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿੱਧਰ ਜਾ ਰਿਹਾ ਹਾਂ, ਪਰ ਉਹਦਾ ਜਵਾਬ ਹੁੰਦਾ ਕਿ ਮੈਂ ਆ ਰਿਹਾ ਹਾਂ। ਹੁਣ ਜਾ ਤਾਂ ਰਿਹਾ ਵੇ ਲੇਕਿਨ ਉਹ ਗੱਲ ਕਹਿ ਰਿਹਾ ਕਿ ਮੈਂ ਆ ਰਿਹਾ ਹਾਂ। ਤਾਂ ਇਹ ਉਹਦੇ ਸੁਭਾਅ ਦਾ, ਉਹਦੇ ਸਮਝੋ ਬੋਲ ਚਾਲ ਦੇ ਵਿੱਚ ਇੱਕ ਚੀਜ਼ ਪੱਕੀ ਫਿਕਸ ਹੋ ਗਈ ਹੈ, ਇੱਕ ਤਰੀਕੇ ਦਾ ਉਹਦਾ ਸੁਭਾਅ ਬਣ ਗਿਆ ਹੈ ਕਿ ਉਹਨੇ ਇਸ ਤਰ੍ਹਾਂ ਦੇ ਹੀ ਜਵਾਬ ਦੇਣੇ ਹਨ। ਤਾਂ ਇਸ ਤਰ੍ਹਾਂ ਹੋਰ ਵੀ ਸਾਡੇ ਕਈ ਸਾਰੀਆਂ ਆਦਤਾਂ ਹੁੰਦੀਆਂ ਹਨ। ਜਦੋਂ ਪੁੱਛਿਆ ਜਾਂਦਾ ਹੈ ਕੁਝ ਵੀ ਸਧਾਰਨ ਜਿਹਾ ਸਵਾਲ ਤੇ ਅਸੀਂ ਕਿਸੇ ਦੇ ਸਾਹਮਣੇ ਆਪਣੀ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨੀ ਚਾਹੁੰਦੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਅਸੀਂ ਗੋਲ-ਮੋਲ ਜਿਹਾ ਜਵਾਬ ਦੇ ਦਿੰਦੇ ਹਾਂ। ਗੋਲ-ਮੋਲ ਤੋਂ ਭਾਵ ਇਹ ਹੁੰਦਾ ਹੈ ਕਿ ਜਿਹਦੇ ਵਿੱਚੋਂ ਇਨਫੋਰਮੇਸ਼ਨ ਕਿਸੇ ਨੂੰ ਨਾ ਮਿਲੇ। ਤਾਂ ਕਈ ਵਾਰੀ ਤਾਂ ਇਸ ਤਰੀਕੇ ਦਾ ਜਵਾਬ ਹੁੰਦਾ ਹੈ ਕਿ ਜਿਹੜਾ ਸਿਰਫ ਸੱਚ ਨੂੰ ਛੁਪਾਉਂਦਾ ਹੈ ਪਰ ਝੂਠ ਨਹੀਂ ਬੋਲਦਾ। ਪਰ ਕਈ ਵਾਰੀ ਅਸੀਂ ਬਿਲਕੁਲ ਸਫੇਦ ਝੂਠ ਵੀ ਬੋਲ ਦਿੰਦੇ ਹਾਂ ਕਿ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ ਇਹ ਤਾਂ ਸਮਾਜਿਕ ਵਰਤਾਰਾ ਹੈ ਹੀ ਹੈ, ਲੋਕਾਂ ਦੇ ਨਾਲ ਇਹ ਸਭ ਚੱਲਦਾ ਹੈ, ਐਕਸੈਪਟੇਬਲ ਹੈ। ਔਰ ਇਹ ਗੱਲ ਠੀਕ ਹੈ ਕਿ ਵੀ ਕਈ ਵਾਰੀ ਇਹੋ ਜਿਹੇ ਝੂਠ ਬੋਲੇ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜਦੋਂ ਇਨਸਾਨ ਨੂੰ ਝੂਠ ਬੋਲਣ ਦੀ ਆਦਤ ਪੈ ਜਾਂਦੀ ਹੈ ਤਾਂ ਫਿਰ ਉਹ ਹਰ ਉਸ ਸਿਚੁਏਸ਼ਨ ਦੇ ਵਿੱਚ ਝੂਠ ਦਾ ਸਹਾਰਾ ਲੈ ਲੈਂਦਾ ਹੈ ਜਿੱਥੇ ਕਿਧਰੇ ਵੀ ਉਹਨੂੰ ਲੱਗਦਾ ਹੈ ਕਿ ਮੈਂ ਫਸ ਗਿਆ ਹਾਂ ਜਾਂ ਮੈਨੂੰ ਸੱਚ ਬੋਲਣ ਦਾ ਕੋਈ ਨੁਕਸਾਨ ਹੋ ਸਕਦਾ ਹੈ ਤੇ ਉਹ ਉਸ ਨੂੰ ਕੋਈ ਮਾੜਾ ਕਰਮ ਵੀ ਨਹੀਂ ਸਮਝਦਾ। ਧਾਰਮਿਕ ਜਗਤ ਦੇ ਅੰਦਰ ਵੀ ਇਹ ਗੱਲ ਕੋਈ ਅਨਹੋਣੀ ਨਹੀਂ ਹੈ। ਧਾਰਮਿਕ ਬੁਲਾਰੇ ਵੀ ਬਹੁਤ ਵਾਰੀ ਝੂਠ ਦਾ ਸਹਾਰਾ ਲੈਂਦੇ ਹਨ ਔਰ ਉਸ ਨੂੰ ਇਹ ਬੜਾ ਐਕਸੈਪਟੇਬਲ ਜੀ ਗੱਲ ਸਮਝਦੇ ਹਨ। ਹੁਣ ਇਹ ਹਰ ਇਨਸਾਨ ਦੀ ਆਪਣੀ ਸਮਝ ਹੈ, ਆਪਣੀ ਡੈਫੀਨੇਸ਼ਨ ਹੈ ਕਿ ਉਹ ਕਿਸ ਤਰ੍ਹਾਂ ਦੇ ਝੂਠ ਨੂੰ ਐਕਸੈਪਟੇਬਲ ਗਿਣਦਾ ਹੈ ਤੇ ਕਿਹੜੇ ਝੂਠ ਨੂੰ ਉਹ ਮਾੜਾ ਕੰਮ ਗਿਣਦਾ ਹੈ। ਪਰ ਗੁਰੂ ਸਾਹਿਬ ਨੇ ਜੋ ਗੱਲ ਇੱਥੇ ਕੀਤੀ ਹੈ ਉਹ ਕੂੜ ਬੋਲਣ ਦੀ ਗੱਲ ਕੀਤੀ ਹੈ। ਕੂੜ ਬੋਲਣਾ ਉਹ ਜੋ ਸੱਚ ਨਹੀਂ ਹੈ, ਔਰ ਜੋ ਸੱਚ ਨਹੀਂ ਹੈ ਗੁਰੂ ਸਾਹਿਬ ਦੀ ਨਜ਼ਰਾਂ ਦੇ ਵਿੱਚ ਉਹ ਚੀਜ਼ ਬੋਲਣੀ ਮੁਰਦਾਰ ਖਾਣ ਦੇ ਤੁੱਲ ਹੈ। ਜੇ ਜਿਹੜੇ ਲੋਕ ਮਾਸਾਹਾਰੀ ਨਹੀਂ ਹਨ ਉਹ ਮਾਸ ਖਾਣ ਨੂੰ ਅਗਰ ਮਾੜਾ ਕੰਮ ਸਮਝਦੇ ਹਨ ਤਾਂ ਉਹਨਾਂ ਨੂੰ ਗੁਰਬਾਣੀ ਦੀ ਇਸ ਪੰਕਤੀ ਤੋਂ ਪ੍ਰੇਰਣਾ ਲੈ ਕੇ ਝੂਠ ਬੋਲਣ ਤੋਂ ਵੀ ਉਨਾ ਹੀ ਸਖਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ ਜਿੰਨਾ ਕਿ ਉਹ ਮਾਸ ਖਾਣ ਦਾ ਪਰਹੇਜ਼ ਕਰਦੇ ਹਨ। ਜਿਵੇਂ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਉੱਥੇ ਵੀ ਪਰਾਏ ਹੱਕ ਖਾਣ ਨੂੰ ਵੀ ਮੁਰਦਾਰ ਖਾਣ ਦੇ ਤੁੱਲ ਆਖਿਆ ਗਿਆ ਹੈ। ਤੇ ਪਰਾਇਆ ਹੱਕ ਜੇ ਕਿਸੇ ਨੇ ਖਾਣਾ ਹੋਵੇ ਤਾਂ ਉਹਦੇ ਵਿੱਚ ਵੀ ਆਮ ਤੌਰ ਤੇ ਝੂਠ ਦਾ ਸਹਾਰਾ ਲੈਣਾ ਹੀ ਪੈਂਦਾ ਹੈ। ਕਿਸੇ ਨੂੰ ਗਲਤ ਇਨਫੋਰਮੇਸ਼ਨ ਦੇ ਕੇ, ਕਿਸੇ ਨੂੰ ਭੁਲੇਖੇ 'ਚ ਪਾ ਕੇ, ਗਲਤ ਪਾਸੇ ਪ੍ਰੇਰਨਾ ਦੇ ਕੇ ਤਾਂ ਹੀ ਕਿਸੇ ਦਾ ਹੱਕ ਮਾਰਿਆ ਜਾ ਸਕਦਾ ਹੈ, ਜਾਂ ਗਲਤ ਕੰਮ ਕਰਕੇ ਜ਼ੋਰ ਜ਼ਬਰਦਸਤੀ ਨਾਲ ਵੀ ਕਿਸੇ ਦਾ ਹੱਕ ਮਾਰਿਆ ਜਾ ਸਕਦਾ ਹੈ। ਤਾਂ ਗੁਰੂ ਸਾਹਿਬ ਨੇ ਪਰਾਏ ਹੱਕ ਖਾਣ ਨੂੰ ਵੀ ਮੁਰਦਾਰ ਖਾਣ ਦੇ ਤੁੱਲ ਮੰਨਿਆ ਹੈ ਅਤੇ ਕੂੜ ਬੋਲਣ ਨੂੰ ਵੀ ਮੁਰਦਾਰ ਖਾਣ ਦੇ ਤੁੱਲ ਮੰਨਿਆ ਹੈ। ਤਾਂ ਇਹ ਆਮ ਜ਼ਿੰਦਗੀ ਦੇ ਅੰਦਰ ਹਰ ਕਿਸੇ ਨੇ ਆਪਣੇ ਆਪ ਦੀ ਪਰਖ ਕਰਕੇ, ਆਪਣੇ ਅੰਦਰ ਝਾਤ ਮਾਰ ਕੇ ਆਪਣੇ ਵਾਸਤੇ ਉਸਨੇ ਇਹ ਗੱਲ ਨੀਅਤ ਕਰਨੀ ਹੈ ਕਿ ਕਿੰਨਾ ਕੁ ਮੁਰਦਾਰ ਉਸਨੇ ਖਾਣਾ ਹੈ। ਪਰ ਇੱਥੇ ਜਿਨ੍ਹਾਂ ਬੰਦਿਆਂ ਬਾਰੇ ਗੱਲ ਹੋ ਰਹੀ ਹੈ
ਉਹ ਇੱਕ ਸਪੈਸੀਫਿਕ ਕਲਾਸ ਆਫ ਪੀਪਲ, ਉਹਨਾਂ ਲੋਕਾਂ ਬਾਰੇ ਗੁਰੂ ਸਾਹਿਬ ਦਾ ਇਸ਼ਾਰਾ ਹੈ ਜਿਹੜੇ ਦੂਜਿਆਂ ਨੂੰ ਉਪਦੇਸ਼ ਕਰਦੇ ਹਨ, ਦੂਜਿਆਂ ਨੂੰ ਸਿੱਖਿਆ ਦਿੰਦੇ ਹਨ, ਆਪਣੇ ਆਪ ਨੂੰ ਸਿਆਣਾ ਸਮਝਦੇ ਹਨ, ਦੂਜੇ ਲੋਕਾਂ ਨੂੰ ਗਿਆਨ ਵੰਡਦੇ ਹਨ। ਯਾਨੀ ਕਿ ਜਿਹੜੀ ਪ੍ਰਚਾਰਕ ਜਾਂ ਉਪਦੇਸ਼ਕ ਜਮਾਤ ਹੈ, तो ਜਿਹੜੇ ਲੋਕ ਲੈਕਚਰ ਕਰਦੇ ਹਨ ਜਾਂ ਦੂਜਿਆਂ ਨੂੰ ਕੁਝ ਵਿਆਖਿਆ ਕਰਕੇ ਸੁਣਾਉਂਦੇ ਹਨ, ਉਹ ਸਾਰੇ ਵੀ ਇਸ ਕੈਟੇਗਰੀ ਵਿੱਚ ਆ ਹੀ ਜਾਂਦੇ ਹਨ। ਸੋ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਨ ਜਾਏ। ਅਵਰੀ ਤੋਂ ਭਾਵ ਹੈ ਦੂਸਰਿਆਂ ਨੂੰ, ਹੋਰਾਂ ਨੂੰ, ਆਪਣੇ ਤੋਂ ਛੁੱਟ ਦੂਜੇ ਲੋਕਾਂ ਨੂੰ ਸਮਝਾਵਨ ਜਾਏ। ਸਮਝਾਉਣ ਦਾ ਆਹਰ ਕਰਦਾ ਹੈ, ਸਮਝਾਉਣ ਦਾ ਕੰਮ ਕਰਦਾ ਹੈ। ਸਮਝਾਉਣ ਜਾਣਾ ਕਿਧਰੇ ਜਾਣ ਦਾ ਸਫ਼ਰ ਕਰਨ ਦੀ ਗੱਲ ਨਹੀਂ ਹੈ, ਇਹ ਸਿਰਫ ਇੱਕ ਵਰਬ ਇਸ ਸੈਂਸ ਵਿੱਚ ਯੂਜ਼ ਕੀਤੀ ਗਈ ਹੈ ਕਿ ਸਿੱਖਿਆ ਦੇਣ ਦਾ ਕੰਮ ਕਰਦਾ ਹੈ। ਆਪ ਤਾਂ ਝੂਠ ਬੋਲਦਾ ਹੈ ਪਰ ਦੂਜਿਆਂ ਨੂੰ ਉਪਦੇਸ਼ ਕਰਦਾ ਹੈ। ਇਹ ਗੱਲ ਭਾਵੇਂ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਸਪੈਸੀਫਿਕਲੀ ਮੈਂਸ਼ਨ ਨਹੀਂ ਕੀਤੀ ਹੈ, ਪਰ ਇਹਦਾ ਭਾਵ ਇਹ ਹੈ ਕਿ ਦੂਜਿਆਂ ਨੂੰ ਝੂਠ ਬੋਲਣ ਤੋਂ ਪਰਹੇਜ਼ ਕਰਨ ਦੀ ਸਿੱਖਿਆ ਦਿੰਦਾ ਹੈ, ਦੂਜਿਆਂ ਨੂੰ ਸੱਚ ਬੋਲਣ ਦਾ ਉਪਦੇਸ਼ ਕਰਦਾ ਹੈ। ਸੋ ਆਪ ਤਾਂ ਝੂਠ ਬੋਲਦਾ ਹੈ ਆਪਣੇ ਜੀਵਨ ਦੇ ਅੰਦਰ, ਪਰ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਕਿ ਝੂਠ ਨਹੀਂ ਬੋਲਣਾ ਚਾਹੀਦਾ। ਕੋਈ ਐਸਾ ਉਪਦੇਸ਼ਕ, ਐਸਾ ਦੂਜਿਆਂ ਨੂੰ ਉਪਦੇਸ਼ ਕਰਨ ਵਾਲਾ, ਐਸਾ ਪ੍ਰਚਾਰਕ ਅਸਲ ਵਿੱਚ ਆਤਮਿਕ ਤਲ ਦੇ ਉੱਤੇ ਆਪ ਤਾਂ ਲੁੱਟਿਆ ਹੀ ਜਾ ਰਿਹਾ ਹੈ ਤੇ ਆਪਣੇ ਸਾਥ ਵਾਲਿਆਂ ਨੂੰ ਵੀ, ਸੰਗੀ ਸਾਥੀਆਂ ਨੂੰ ਵੀ ਲੁਟਾ ਰਿਹਾ ਹੈ। ਉਹਨਾਂ ਦੇ ਆਤਮਿਕ ਜੀਵਨ ਦੇ ਵਿੱਚ ਵੀ ਉਹ ਡਾਊਨਫਾਲ ਲਿਆਂਦਾ ਹੈ, ਉਹਨਾਂ ਦਾ ਵੀ ਨੁਕਸਾਨ, ਆਤਮਿਕ ਤਲ ਤੇ ਉਹਨਾਂ ਦਾ ਵੀ ਨੁਕਸਾਨ ਕਰਦਾ ਹੈ। ਮੁੱਠਾ ਆਪ, ਮੁੱਠਾ ਦਾ ਭਾਵ ਹੁੰਦਾ ਹੈ ਲੁੱਟਿਆ ਗਿਆ, ਠੱਗਿਆ ਗਿਆ। तो उसने अपनी आत्मिक जो हैसियत है, जो अवस्था है, उसनों तो नुकसान पहुँचाया ही है, उसने विच घाटा खाधा ही है। अपने साथियों का भी वो नुकसान करांदा है, क्योंकि झूठ के आधार के उत्ते दिती हुई सिक्ख्या जिहड़ी है वो भी उन्नी असरदार नहीं हुंदी जिन्नी सच के आधार पर बोली हुई। तो गुरु साहब ने आखिरी पंक्ति से गल की है कि नानक ऐसा आगू जापै। जापै का मतलब हुंदा है जापदा है, नज़र आंदा है, भाव प्रतख तौर के उत्ते प्रगट हो जाता है। भाव की है कि भाई कोई बंदा भावें जिन्नी भी चलाकी दे नाल गल्लां नूं घुमा फिरा के, छुपा के, पर्दे विच लपेट के या गोलमोल तरीके दे नाल जिन्ना मर्जी कोई झूठ बोले, पर समा पा के वो झूठ कदी ना कदी उगड़ ही जाता है, लोगों को पता लग जाता है कि ये झूठ सी है। तो उस आगू दी, उस उपदेशक दी, उस प्रचारक दी जो असलीयत है वो लोगों तक फिर जाहिर हो जाती है, प्रतख नजर आ जाती है। सो जितने भी लोग उपदेशक श्रेणी दे हन, प्रचारक श्रेणी दे हन, उन्होंने इस श्लोक तो नसीहत ले लेनी चाहिए है कि जो दूजियां नूं सिक्ख्या देने तो पहला अपने मन नूं सिक्ख्या दिती जाए, अपने आप नूं समझाया जाए कि जो गल दी प्रेरणा मैं दूसरियां नूं दे रहा हाँ उसनूं पहला मैं अपने उत्ते लागू करा, अपने किरदार का हिस्सा बनावा, तां ही दूजियां नूं उपदेश करा। सो जे असी दूसरियां नूं ये कहना है कि भाई जीवन दे विच सच का मार्ग अपनाना चाहिए है, सच बोलना चाहिए है, झूठ नहीं बोलना चाहिए, तो पहला इस चीज़ नूं अपने जीवन का हिस्सा बनाना जरूरी है। नहीं तो गुरु नानक पातशाह की नज़रों के अंदर जो कुछ असी करते हाँ वो मुर्दार खान के तुल है, जिसनूं कहे समाज के अंदर भी एक माड़ा कर्म ही मन्निया जाता है। जे कोई इंसान मरे हुए जानवर नूं खा लैंदा है तो उसनूं भी कोई चंगा नज़रां दे नाल नहीं वेख्या जाता जिहड़ा आपू मरे हुए जानवर नूं या आपू मरे हुए पंछी नूं खांदा है। तो इसे तरीके दे नाल ही जदों किसी प्रचारक दा, उपदेशक दा बोलिया होया झूठ प्रगट हो जाता है तो उहदी फिर जो इज्जत बनी हुंदी है लोकां दे अंदर वो भी बिल्कुल
खत्म हो जाती है। तो मुठा आप मुहाए साथ है नानक ऐसा आगू जापै। ऐसा आगू फिर लोगों के विच प्रतख तौर के उत्ते ਉਹਦਾ जो असल किरदार है वो उगड़ के सामने आ जाता है। लख छुपाया होया कोशिश जी है वो कोशिश भी फेल हो जाती है और ਉਹਦਾ झूठ बोलिया होया झूठ लोगों में प्रतख जाहिर हो जाता है। अगला श्लोक जो है वो गुरु रामदास पातशाह का उच्चारण किया होया है, महला चौथा। जिसदे अंदर सच है सो सच्चा नाम मुख सच अलाए। वो हर मार्ग आप चलदा होरना नू हर मार्ग पाए। जे अगे तीरथ होए ता मल लहै छप्पड़ नातै सगवी मल लाए। तीरथ पूरा सतगुरु जो अनदिन हर हर नाम ध्याए। वो आप छुटा कुटुंब स्यों दे हर हर नाम सब सृष्ट छड़ाए। जन नानक तिस बलिहारनै जो आप जपै अवरा नाम जपाए। तो पिछले श्लोक दे विच जो गुरु नानक पातशाह ने गल कीती सी वो ऐसे बंदे दी सी जिहड़ा दूजियां नूं तां सच बोलन दा उपदेश करदा है पर आप कूड़ बोलदा है। पर इस श्लोक दे विच ऑपोजिट करैक्टर जो इंसान खुद भी सच्चा है ते होरनां नूं भी सच दे नाल जोड़दा है उसकी डिस्क्रिप्शन गुरु रामदास पातशाह इस दे अंदर दे रहे हैं कि जिस दे अंदर सच है, जिहदे अंदर सच है, जिहदे हिरदे दे विच सच वसदा है। गुरबाणी दी बोली दे अंदर सच लफज अकाल पुरख दा लखायक है। सो जिस दे अंदर सच है दा भाव है कि जिहदे अंदर वो सदा कायम रहने वाला प्रभु वसदा है। तो ऐसा इंसान की करता है सो सच्चा नाम मुख सच अलाए। वो हमेशा ही सच्चा नाम ही बोलता है भाव उस सच्चे प्रभु का नाम ही उच्चारण करता है ते मूँह तो भी वो केवल ते केवल सच की ही गल करता है, परमात्मा की ही गल करता है। एक गल बड़े ध्यान नाल समझण वाली है कि परमात्मा दे बारे जो कुछ भी ਉਹਦੇ बारे दसिया जाए वो सिर्फ सच ही हो सकता है, झूठ नहीं हो सकता। दुनियावी लोगों के बारे जो कुछ भी बयान किया जाए वो झूठ किसी वेले साबित हो सकता है। अज जो चीज़ सच है समा पा के वो झूठ विच तब्दील हो जाएगी। जो दुनियावी लोगों के बारे जो दुनियावी वस्तुओं के बारे गल की जाएगी। असी किसी बंदे के बारे कहांगे कि भाई वो बंदा दिल्ली शहर में रहिंदा है, समा पा के वो शहर बदल के किधरे हो रहना शुरू कर देगा तो वो जी स्टेटमेंट है कि वो दिल्ली शहर में रहिंदा है वो समय तो बाद वो स्टेटमेंट झूठ हो जाएगी। या वो बंदे की मौत ही हो जाती है तो भी ये स्टेटमेंट झूठ हो जाएगी कि वो दिल्ली शहर में रहिंदा है क्योंकि हुण वो रहिंदा ही नहीं है ही नहीं, उसकी हस्ती नहीं है। तो समय के नाल सच्ची स्टेटमेंट जो कदी सच सी वो तब्दील होकर झूठ विच बदल जाएगी जो दुनियावी लोगों के बारे गल की जाएगी। पर अकाल पुरख के बारे अकाल पुरख ये क्या ही अकाल पुरख इस करके जाता है क्योंकि वो उत्ते काल का कोई असर नहीं है, कोई प्रभाव नहीं है। समय के नाल उसका कोई गुण तब्दील नहीं होता, स्थान के नाल उसका कोई गुण तब्दील नहीं होता। दुनियावी बंदे बारे कहा जा सकता है कि भाई वो कोई बंदा फलानी जगह के उत्ते हाजिर है, थोड़े समय बाद वो बंदा किसी होर जगह से चला जाए तो फिर उत्थे हाजिर नहीं है। पर अकाल पुरख सर्वव्यापक है, वो सब थाई हाजिर है। तो इसलिए अकाल पुरख के गुण ऐसे हैं जो सदा सच हैं जिन्होंने उत्ते समय का कोई प्रभाव नहीं है। पर इंसान के बारे जो भी स्टेटमेंट दी जाए उन्होंने उत्ते स्थान का समय का सब चीज़ों का असर पैंदा है और उन्होंने चीज़ तब्दीली आ जाती है। सो जिस इंसान के हिरदे दे विच सच है भाव प्रभु की याद है वो हमेशा ही उस प्रभु दे ही गुण गाता है, ओदी ही सिफत सलाह करता है। सो सच्चा नाम
मुख सच अलाए। सो ਜਿਹੜਾ ਇਨਸਾਨ ਝੂਠ ਬੋਲਦਾ ਹੈ तो ਇੰਨਾ ਤਾਂ ਘੱਟੋ ਘੱਟ ਇਸ ਪੰਕਤੀ ਤੋਂ ਗੱਲ ਸਾਬਤ ਹੋ ਜਾਂਦੀ ਹੈ ਕਿ ਉਹਦੇ ਹਿਰਦੇ ਵਿੱਚ परमात्मा नहीं वसदा, क्योंकि जिहदे हिरदे च परमात्मा वसदा है वो झूठ नहीं बोल सकता। जिसदे अंदर सच है सो सच्चा नाम मुख सच अलाए। वो हमेशा ही सच अलाए, अलाए का भाव होता है बोलता, वो हमेशा सच ही बोलता है, वो झूठ नहीं बोल सकता। तो होर की उहदी निशानियां हैं कि वो हर मार्ग आप चलदा होरनां नूं हर मार्ग पाए। ਉਹ ਆਪ ਵੀ ਪ੍ਰਭੂ ਦੇ ਰਾਹ ਤੇ ਤੁਰਦਾ ਹੈ। ਪ੍ਰਭੂ ਦੇ ਰਾਹ ਤੇ ਤੁਰਨ ਤੋਂ ਭਾਵ ਕੀ ਹੈ ਕਿ ਉਹ ਹਮੇਸ਼ਾ ਹੀ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਉਹਦੇ ਗੁਨਾਹ ਦੇ ਨਾਲ ਸਾਂਝ ਪਾਉਂਦਾ ਹੈ, ਆਪਣੇ ਜੀਵਨ ਦੇ ਵਿੱਚ ਪ੍ਰਭੂ ਦੇ ਗੁਨਾਹ ਨੂੰ ਹੀ ਅਪਣਾਉਣ ਦਾ ਯਤਨ ਕਰਦਾ ਹੈ ਤੇ ਹੋਰਨਾਂ ਨੂੰ ਵੀ ਉਹ ਹਰ ਮਾਰਗ ਪਾਏ, ਇਸ ਮਾਰਗ ਤੇ ਚੱਲਣ ਦੀ ਪ੍ਰੇਰਣਾ ਕਰਦਾ ਹੈ। ਉਹਨਾਂ ਵਾਸਤੇ ਵੀ ਉਹ ਇੱਕ ਐਗਜ਼ਾਮਪਲ ਦਾ, ਇੱਕ ਮਾਡਲ, ਰੋਲ ਮਾਡਲ ਦਾ ਕੰਮ ਕਰਦਾ ਹੈ। ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਬਾਕੀ ਦੂਜੇ ਲੋਕਾਂ ਨੂੰ ਵੀ ਉਹ ਪ੍ਰਭੂ ਦੇ ਸਿਫਤ ਸਲਾਹ ਦੇ, ਭਗਤੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਕਰਦਾ ਹੈ। ਉਹਨਾਂ ਦੇ ਵਾਸਤੇ ਇੱਕ ਐਗਜ਼ਾਮਪਲ ਬਣ ਕੇ ਵੀ ਆਪ ਕੰਮ ਕਰਦਾ ਹੈ। ਅਗਲੀ ਪੰਕਤੀ 'ਚ ਹੁਣ ਗੱਲ ਗੁਰੂ ਸਾਹਿਬ ਇੱਕ ਹੋਰ ਨਾਲ ਸਮਝਾ ਰਹੇ ਹਨ ਕਿ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ, ਛੱਪੜ ਨਾਤੈ ਸਗਵੀ ਮਲ ਲਾਏ। ਮਿਸਾਲ ਦੇ ਰਹੇ ਹਨ ਸਰੀਰਕ ਇਸ਼ਨਾਨ ਦੀ, ਪਰ ਅਗਲੇ ਅੱਗੋਂ ਫਿਰ ਗੱਲ ਉਹਦੀ ਸਪਸ਼ਟ ਕਰਕੇ ਜੋ ਅਸਲ 'ਚ ਜੋ ਮੈਸੇਜ ਹੈ ਉਹ ਚੌਥੀ ਪੰਕਤੀ 'ਚ ਕਲੀਅਰ ਕਰਦੇ ਹਨ। तो एग्जाम्पल दे रहे हैं सरीरक इशनान दी कि जे अगे तीरथ होए तां मल लहै। तीरथ तो भाव यह है कि साफ सुथरे पानी का कोई सोमा होवे, कोई ऐसा सरोवर, कोई ऐसा दरिया होवे जिथे निर्मल जल होवे, साफ सुथरा पानी मिलता होवे, तां उत्थे नातियां शरीर की मल मैल लै जाती है। इस गल नूं सारे ही समझते हैं। पर अगली पंक्ति गुरु साहब नाल कंट्रास्ट की गल पेश करते हैं कि छप्पड़ नहाता है सगवी मल लाए। पर जे कोई इंसान छपड़ी दे विच नहांदा है, छपड़ी की हुंदी है कि छोटा मोटा कच्ची जगह के उत्ते किधरे पानी इकट्ठा हो जाए, थोड़ा जिहा पानी इकट्ठा हो जाए तो उहदे विच थोड़ी अद्धी मिट्टी रली हुंदी है, अद्धा पानी हुंदा है, तो पानी जिहड़ा है वो भी मिट्टी का भरिया होया ही हुंदा है। ते जे भला कोई इंसान उस छपड़ी वाले पानी दे विच नहाए ਤਾਂ ਨਹਾ ਕੇ ਉਹਨੇ ਆਪਣੀ ਸਰੀਰ ਦੀ ਮੈਲ ਤੱਕ ਹੀ ਉਤਾਰਨੀ ਸੀ, ਉਲਟਾ ਛੱਪੜ ਤੋਂ ਹੋਰ ਮੈਲ ਆਪਣੇ ਨਾਲ ਲਪੇੜ ਕੇ ਲੈ ਆਂਦਾ ਹੈ। ਤੋ ਇਹ ਮਿਸਾਲ ਦੇ ਕੇ ਅੱਗੋਂ ਹੁਣ ਗੁਰੂ ਸਾਹਿਬ ਗੱਲ ਕਰਦੇ ਹਨ ਕਿ ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਧਿਆਏ, ਕਿ ਅਸਲ ਨਿਰਮਲ ਜਲ ਜੋ ਆਤਮਕ ਇਸ਼ਨਾਨ ਦਾ, ਜੋ ਇਨਸਾਨ ਦੇ ਆਪਣੇ ਮਨ ਨੂੰ ਪਵਿੱਤਰ ਕਰਨ ਦਾ जो इशनान है, वो मन की मैल उतारन वास्ते जिहड़ा इशनान चाहिदा है, ਉਹਦੇ वास्ते जिहड़ा निर्मल जल का सोमा है वो पूरा सतगुरु है। तीरथ पूरा सतगुरु जो अनदिन हर हर नाम पे, जो ऐसा सच्चा गुरु जो दिन रात हर वेले हरि नाम के नाल ही जुड़िया रहिंदा है, जिहदी सुरत हमेशा हरि नाम दे विच टिकी रहिंदी है, जिहदे सुरत च हमेशा ही हरि दा ध्यान हुंदा है। ऐसा पूरा सतगुरु जिहड़ा है वो ही असल मैनिਆਂ ਦੇ ਵਿੱਚ तीरथ है, ਜਿਹਦੇ अंदर इशनान कीतियां मन की मैल उतरती है। ਤੇ उस तीरथ 'ਚ इशनान किवें ਕੀਤਾ ਜਾਂਦਾ है? वो इशनान ਹੁੰਦਾ है पूरे गुरु की संगत करके, पूरे गुरु की संगत ਵਿੱਚ जुड़ के, गुरु का उपदेश श्रवण करके, ध्यान ਦੇ ਨਾਲ सुन के, विचार के ਤੇ जीवन ਵਿੱਚ अपना के ਉਹਦੇ ਉੱਤੇ ਜੋ ਅਮਲ ਕੀਤਾ ਜਾਂਦਾ ਹੈ ਉਹ ਹੈ ਤੀਰਥ ਇਸ਼ਨਾਨ, ਜਿਸ ਇਸ਼ਨਾਨ ਦੀ ਗੱਲ ਗੁਰੂ ਸਾਹਿਬ ਇਸ ਸ਼ਲੋਕ ਵਿੱਚ ਕਰ ਰਹੇ ਹਨ। ਸੋ ਮਿਸਾਲ ਤਾਂ ਦਿੱਤੀ ਹੈ ਸਰੀਰਕ ਇਸ਼ਨਾਨ ਦੀ, ਜਿਹੜੀ ਗੱਲ ਆਮ ਲੋਕਾਂ ਨੂੰ ਸਮਝ ਸੌਖੇ ਹੀ ਆ ਜਾਏਗੀ ਕਿ ਜਿੱਥੇ ਕਿਧਰੇ ਵੀ ਕੋਈ ਸਾਫ਼ ਸੁਥਰੇ ਪਾਣੀ ਦਾ ਸਰੋਵਰ ਜਾਂ ਦਰਿਆ ਹੋਏਗਾ ਉੱਥੇ ਨਾਤਿਆਂ ਸਰੀਰ ਦੀ ਮੈਲ ਉਤਰ ਜਾਂਦੀ ਹੈ, ਪਰ ਛਪੜੇ ਵਿੱਚ ਨਾਤਿਆਂ ਬਲਕਿ ਹੋਰ ਮੈਲ ਚੜ ਜਾਂਦੀ ਹੈ। तो इसे तरह ही जे पूरा सतगुरु है, ਉਹਦੀ संगत कीतियां, ਉਹਦੇ पासों उपदेश ग्रहण कीतियां, जीवन जाच अपनाया
ਤੀਰਥ ਇਸ਼ਨਾਨ ਦੇ ਤੁਲ ਹੈ, ਜੋ ਮਨ ਦੀ ਮੈਲ ਉਤਾਰਨ ਦੇ ਸਮਰੱਥ ਹੈ। ਸੋ ਇਹਦੇ ਉਲਟ ਜਿਹੜਾ ਪੇਖੀ ਬਣੇ ਹੋਏ, ਆਪੂ ਬਣੇ ਹੋਏ ਗੁਰੂ ਜਿਹੜੇ ਹਨ, ਉਹਨਾਂ ਦੀ ਮਿਸਾਲ ਨੂੰ ਛੱਪੜ ਦੇ ਨਾਲ ਮਿਲਾ ਕੇ ਤੇ ਆਈਡੀਆ ਅੱਗੋਂ ਕਲੀਅਰ ਹੋ ਜਾਏਗਾ ਕਿ ਜੇ ਉਹਨਾਂ ਦੀ ਸੰਗਤ ਕਰੋਗੇ ਤਾਂ ਕੀ ਹਾਲ ਬਣੇਗਾ। ਸੋ ਐਸੇ ਤੀਰਥ ਇਸ਼ਨਾਨ ਨਾਲ ਹੀ ਮਨ ਦੀ ਮੈਲ ਉਤਰੇਗੀ, ਜਿਹੜਾ ਪੂਰੇ ਸਤਿਗੁਰੂ ਦੀ ਸੰਗਤ ਰੂਪੀ ਤੀਰਥ ਦਾ ਇਸ਼ਨਾਨ ਹੈ, ਜਿਹਦੀ ਸੁਰਤ ਹਮੇਸ਼ਾ ਹੀ ਹਰੀ ਨਾਮ ਦੇ ਨਾਲ ਜੁੜੀ ਰਹਿੰਦੀ ਹੈ, ਜੋ ਅਣ ਦਿਨ ਹਰ ਹਰ ਨਾਮ ਧਿਆਏ। तो जिवें झूठ बोलन वाला पिछले श्लोक गुरु साहब ने फरमाया सीगा कि वह आप तो लुटिया ही जाता है ते अपने साथियों नूं भी लुटा देंदा है। तो जिस तरीके का किसी का आचरण हुंदा है, ਉਹਦੀ संगत के उत्ते भी उस आचरण का ही प्रभाव पैंदा है। तो पूरे गुरु की संगत विच की हुंदा है कि वह आप छुटा कुटुंब स्यों दे हर हर नाम सब श्रेष्ठ छड़ाए। सो जेड़ा पूरा गुरु है वो आप तो अपने संगी साथियों नूं, अपने सारे फॉलोअर्स नूं छुड़ा लैंदा है। आप तो माया दे विकारां तो उच्चा उठिया ही हुंदा है, अपनी संगत दे लोकां नूं भी वो माया दे प्रभाव तो उच्चा उठा के उन्हां नूं भी विकारां तो बचा लैंदा है ते हरि नाम दी दात बख्श के सारी सृष्टि नूं ही माया दे विकारां तो बचन दी जाच सिखांदा है। वो आप छुटा कुटुंब स्यों दे हर हर नाम सब श्रेष्ठ छड़ाए। सारी सृष्टि नूं ही वो यही उपदेश करता है पूरा सतगुरु कि हरि नाम दे नाल सुरत जोड़ के माया दे विकारां तो उच्चा उठिया जा सकता है। तो आप तो वो गुरु विकारां तो बचा ही होया है, अपने संगी साथियों नूं भी बचा लेता है ते सारी सृष्टि नूं भी वो बचांदा है हरि दे नाम दी दात बख्श के। अंतली पंक्ति च गुरु साहब कहते हैं कि जन नानक तिस बलिहार ने जो आप जपै अवरा नाम जपाए। हे दास नानक आख कि मैं उस तो बलिहार जाता हाँ, सदके जाता हाँ जो आप प्रभु का नाम जपदा है ते होरां नूं भी प्रभु के नाम जपन की प्रेरणा करके उन्हां नूं भी प्रभु नाम दे नाल जोड़दा है। सो इन्हां दोनों श्लोकां विच दोनों पक्ष जिहड़े हन वो गुरु साहब ने साडे सामने रख दिते हन। एक वो इंसान ਜਿਹੜੇ ਦੂਜਿਆਂ ਨੂੰ ਤਾਂ ਸੱਚ ਬੋਲਣ ਦਾ, ਸੱਚ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ, ਪਰ ਆਪ ਝੂਠ ਦੇ ਮਾਰਗ ਤੇ ਚੱਲਦੇ ਹਨ। ਦੂਸਰੇ ਸ਼ਲੋਕ ਦੇ ਵਿੱਚ ਉਹ ਜੋ ਜਿਨ੍ਹਾਂ ਦਾ ਆਪਣਾ ਜੀਵਨ ਵੀ ਸੱਚ ਦੇ ਮਾਰਗ ਤੇ ਚੱਲਣ ਵਾਲਾ ਹੈ ਤੇ ਦੂਸਰਿਆਂ ਨੂੰ ਵੀ ਉਹ ਸੱਚ ਦੇ ਮਾਰਗ ਤੇ ਚੱਲਣ ਦੀ ਜਾਂਚ ਸਿਖਾਉਂਦੇ ਹਨ। ਹੁਣ ਪੌੜੀ ਦੇ ਅੰਦਰ ਫਿਰ ਅੱਗੇ ਇਹੀ ਸਬਜੈਕਟ ਚੱਲਦਾ ਹੈ। ਇੱਕ ਕੰਧ ਮੂਲ ਚੁਨ ਖਾਏ वनखंड वासा, एक भगवा वेश कर फिरे जोगी सन्यासा। अंदर तृष्णा बहुत छादन भोजन की आशा। बिरथा जन्म गवाए ना गिरही ना उदासा। जमकाल सिरों न उतरै त्रिविध मनसा। गुरमती काल न आवे नेड़े जा होवे दासन दासा। सच्चा शब्द सच मन घर ही माहे उदासा। नानक सतगुर सेवन अपना से आसा ते निराशा। पौड़ी दे अंदर ये दोनों ही तरह के लोगों का वर्णन आ गया है जिहड़ा पिछले दो श्लोकों के विच आया है। ऐसे लोगों का भी जिक्र हो रहा है जिहड़े सिर्फ बाहरों बाहरों भेख धर्मियां वाला बनाते हैं, अंदर उन्होंने कूड़ हुंदा है। ते दूजे हिस्से दे विच उन्हां लोकां दी भी गल है जिहड़े अंदरों बाहरों सच नाल जुड़े हुए हुंदे हन। सो गल शुरू हुंदी है पौड़ी विच, एक कंध मूल चुन खाए वनखंड वासा। कंध मूल किया जाता है उस तरह के पदार्थ जिहड़े जमीन के थल्ले उगदे हन, जिवें है गाजरा, मूलियां, शलगम एटसैटरा। तो उन्होंने जिस तरह एक होर भी चीज़ उस तरह की है जिहड़ी आलू की फैमिली विचों ही है, जिवें शक्करकंदी है क्योंकि वो मिठी हुंदी है। कंध का मतलब हुंदा है जो जमीन के थल्ले उगदी है चीज़।
ਮੂਲ ਦਾ ਅਰਥ ਕਈਆਂ ਨੇ ਮੂਲੀ ਵੀ ਕੀਤਾ ਹੈ ਤੇ ਕਈਆਂ ਨੇ ਇਹ ਕੰਦ ਮੂਲ ਦਾ ਅਰਥ ਇਹ ਕੀਤਾ ਕਿ ਜੋ ਚੀਜ਼ ਜ਼ਮੀਨ ਦੇ ਥੱਲੇ ਉੱਗੇ। ਤਾਂ ਮੂਲੀ ਵੀ ਜ਼ਮੀਨ ਦੇ ਥੱਲੇ ਹੀ ਉੱਗਦੀ ਹੈ। ਤਾਂ ਜ਼ਮੀਨ ਦੇ ਥੱਲੇ ਉੱਗਣ ਵਾਲੀਆਂ ਚੀਜ਼ਾਂ ਆਮ ਤੌਰ ਤੇ ਜਿਹੜੇ ਲੋਕੀ ਜੰਗਲਾਂ ਦੇ ਵਿੱਚ ਰਹਿੰਦੇ ਹਨ ਉਹ ਇਹਨਾਂ ਹੀ ਚੀਜ਼ਾਂ ਨੂੰ ਖਾ ਕੇ ਆਪਣਾ ਪੇਟ ਦੀ ਭੁੱਖ ਮਿਟਾਉਣ ਦਾ ਤਰੀਕਾ ਅਪਣਾਉਂਦੇ ਹਨ। तो अगली पंक्ति के अगले हिस्से ਦੇ ਵਿੱਚ ਗੱਲ ਗੁਰੂ ਸਾਹਿਬ ਨੇ ਉਹ ਕਲੀਅਰ ਵੀ ਕਰ ਦਿੱਤੀ ਹੈ ਕਿ ਇੱਕ ਕੰਦ ਮੂਲ ਚੁਣ ਖਾਏ ਵਨ ਖੰਡ ਵਾਸਾ। ਵਨ ਦਾ ਅਰਥ ਹੈ ਜੰਗਲ, ਖੰਡ ਦਾ ਮਤਲਬ ਹਿੱਸਾ। ਜੰਗਲ ਦੇ ਕਿਸੇ ਐਸੇ ਹਿੱਸੇ ਦੇ ਵਿੱਚ ਉਹ ਜਾ ਕੇ ਰਹਿੰਦੇ ਹਨ ਜਿੱਥੇ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਉਹ ਇਕਾਂਤ ਵਿੱਚ ਰਹਿ ਸਕਦੇ ਹਨ, ਬਿਨਾਂ ਕਿਸੇ ਡਿਸਟਰਬੈਂਸ ਦੇ ਰਹਿ ਸਕਦੇ ਹਨ। ਐਸੇ ਲੋਕਾਂ ਦਾ ਵਰਣਨ ਹੋ ਰਿਹਾ ਹੈ ਜਿਹੜੇ ਘਰ ਪਰਿਵਾਰ ਨੂੰ ਤਿਆਗ ਕੇ ਤੇ ਜੰਗਲਾਂ ਨੂੰ ਚਲੇ ਜਾਂਦੇ ਹਨ। तो ऐसे लोगों की डिस्क्रिप्शन दी जा रही है जिन्होंने गृहस्थ का त्याग कर दिता है ते जंगलों के जाके वसते हैं तो फिर उत्थे इस तरीके के पदार्थ कंद मूल चुन के खा के ही अपना पालन करते हैं। फिर अगली पंक्ति में कुछ होर लोगों की जड़े भी धार्मिक मन्ने जाते हैं। एक भगवा वेश कर फिरे जोगी सन्यासा। कई ऐसे बंदे हैं कि जेड़े सिर्फ भगवे कपड़े पा के ਉਹ ਵੀ ਤੁਰਦੇ ਫਿਰਦੇ ਰਹਿੰਦੇ ਹਨ। ਘਰ-ਬਾਰ ਉਹਨਾਂ ਨੇ ਵੀ ਤਿਆਗਿਆ ਹੁੰਦਾ ਹੈ ਤੇ ਉਹ ਯੋਗ ਦੀਆਂ ਤੇ ਜਾਂ ਸੰਨਿਆਸ ਦੀਆਂ ਗੱਲਾਂ ਕਰਦੇ ਹਨ ਕਿ ਅਸੀਂ ਤਾਂ ਪਰਿਵਾਰ ਦਾ ਗ੍ਰਸਥ ਦਾ ਤਿਆਗ ਕਰ ਦਿੱਤਾ ਹੈ, ਸਾਡਾ ਕੋਈ ਮਾਇਆ ਨਾਲ ਮੋਹ ਨਹੀਂ ਹੈ। ਇਸ ਤਰੀਕੇ ਦਾ ਉਹ ਲੋਕਾਂ ਦੇ ਉੱਤੇ ਪ੍ਰਭਾਵ ਪਾਉਂਦੇ ਹਨ। ਤਾਂ ਭਾਰਤੀ ਸਮਾਜ ਦੇ ਅੰਦਰ ਐਸੇ ਲੋਕਾਂ ਨੂੰ ਜ਼ਿਆਦਾ ਤੌਰ ਦੇ ਉੱਤੇ ਧਰਮੀ ਮੰਨਿਆ ਜਾਂਦਾ ਸੀ ਤੇ ਲੋਕ ਇਹਨਾਂ ਦਾ ਬਹੁਤ ਆਦਰ ਮਾਨ ਵੀ ਕਰਦੇ ਸੀ ਔਰ ਇਹਨਾਂ ਨੂੰ ਦਾਨ ਪੁੰਨ ਵੀ ਕਰਦੇ ਸੀ ਕਿ ਵੀ ਇਹਨਾਂ ਨੇ ਕਿਰਤਕਾਰ ਤਾਂ ਕਰਨੀ ਕੋਈ ਨਹੀਂ, ਕਮਾਈ ਤਾਂ ਆਪ ਕਰਨੀ ਨਹੀਂ, ਤਾਂ ਇਹਨਾਂ ਦੇ ਗੁਜ਼ਾਰੇ ਵਾਸਤੇ ਕੁਝ ਨਾ ਕੁਝ ਅਸੀਂ ਗ੍ਰਸਤੀ ਲੋਕ ਹੀ ਦੇ ਦਈਏ ਤੇ ਇਹਨਾਂ ਦਾ ਕੰਮ ਚੱਲਦਾ ਰਹੇ। ਤਾਂ ਇਹ ਇਸ ਤਰੀਕੇ ਦਾ ਵੀ ਕੰਮ ਕਰਦੇ ਸੀ ਕਿ ਆਪਣੇ ਪ੍ਰਭਾਵ ਇਹ ਪਾਉਂਦੇ ਸਨ ਕਿ ਸਾਡੇ ਕੋਲ ਤਾਕਤਾਂ ਐਸੀਆਂ ਹਨ, ਆਤਮਕ ਬਲ ਹੈ, ਸਾਡੇ ਕੋਲ ਰਿੱਧੀਆਂ ਸਿੱਧੀਆਂ ਹਨ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਕਿਸੇ ਦਾ ਨਫਾ ਜਾਂ ਨੁਕਸਾਨ ਕਰ ਸਕਦੇ ਹਾਂ, ਕਿਸੇ ਦਾ ਭਲਾ ਵੀ ਕਰ ਸਕਦੇ ਹਾਂ, ਕਿਸੇ ਦਾ ਬੁਰਾ ਵੀ ਕਰ ਸਕਦੇ ਹਾਂ। ਤਾਂ ਇਸ ਤਰੀਕੇ ਦਾ ਪ੍ਰਭਾਵ ਪਾ ਕੇ ਉਹ ਲੋਕਾਂ ਦੇ ਉੱਤੇ ਆਪਣੇ ਆਪ ਨੂੰ ਇੰਪੋਜ਼ ਕਰਦੇ ਸਨ ਕਿ ਭਈ ਸਾਡੀ ਸੇਵਾ ਕਰਨੀ ਤੁਹਾਡਾ ਫਰਜ਼ ਹੈ, ਜੇ ਸਾਡੀ ਸੇਵਾ ਨਾ ਕੀਤੀ ਜਾਏ ਤਾਂ ਅਸੀਂ ਗੁੱਸੇ ਵਿੱਚ ਆ ਕੇ ਤੁਹਾਨੂੰ ਸ਼ਰਾਪ ਵੀ ਦੇ ਸਕਦੇ ਹਾਂ। ਤਾਂ ਇੱਕ ਭਗਵਾ ਵੇਸ ਕਰ ਫਿਰੇ ਜੋਗੀ ਸੰਨਿਆਸਾ। पर असलीयत की हालत है कि भावें उन्होंने गृहस्थ का परिवार का त्याग किया होंदा है और क्लेम यही करते हैं कि साड़ी माया नाल कोई अटैचमेंट नहीं है, सानू माया की कोई पकड़ नहीं है, पर असल दे विच अंदर तृष्णा बहुत, छादन भोजन की आसा। छादन कहा जाता है कपड़े में, पर जदों जो हुण शरीर दी लोड़ां हन वो तो पूरियां करनियां ही पैंदियां हन। तो इस करके जो सर्दी आती है तो उन्होंने कपड़े भी पाने ही पैंदे हैं, भुख लगती है तो खाना भी पैंदा है, तो जे किधरों नहीं प्रॉपर उन्होंने कुछ खाण नूं लभदा तो फिर मन के अंदर इच्छा तो पैदा होंदी है कि कितों मिल जाए, कोई गृहस्थियों के घरों जाके ही मंग लेंदे हैं। तो जदों कभी भी तुरदे फिरदे कोई ऐसी जगह फस जाते हैं जिथे खाण नूं नहीं लभदा तो फिर वो गृहस्थियों के कोलों ही कपड़े भी मंगते हैं तो भोजन भी मंगते हैं। तो ये अंदर उन्होंने तृष्णा तो बनी रही है, भावें वो जिन्ना मर्जी ये कहन कि असी त्यागी हाँ, असी सन्यासी हाँ, असी माया का त्याग किया है, पर उन्होंने अंदर ये भुख बनी रही है भोजन की भी और कपड़िया की भी, क्योंकि शरीर का गुजारा इन्हों तो बगैर हो ही नहीं सकता। तो गुरु साहब कहते हैं कि ऐसे लोग भी एक तरीके का झूठ का ही वर्तारा कर रहे हैं, अंदरों असलीयत कुछ होर है, बाहरों कुछ होर बन के दिखाते हैं। तो एक तरीके दे नाल वो अपना जन्म व्यर्थ गवा रहे हैं। बिरथा जन्म गवाए ना गिरही ना उदासा, ना वो गृहस्थी हैं ना वो उदास हैं, दोनों पासे ही उन्होंने कि मिसफिट हैं दोनों पासे। ना तो किरतकार करके कमाई करके गृहस्थ परिवार की पालना करते हैं ते ना ही पूर्ण तौर के उत्ते वो उदास हो सकते हैं कि भी उन्होंने गृहस्थ नाल बिल्कुल ही लेना देना ना हो, किसी गृहस्थी के नाल वो मिलते भी ना होण ते अंदर उन्होंने किसी किस्म की कोई लालसा, किसी किस्म की कोई तृष्णा भुख ना हो, ऐसी गल भी नहीं रही।
तो इस तरीके दे नाल वो दोनों तरीके दे नाल ही अपना जन्म जिहड़ा है वो अजाई गवांदे हन। बिरथा जन्म गवाए ना गिरी ना उदासा, वो अजाई अपना मनुखा जन्म गवा लैंदे हन। ਤੇ ਉਹ ਤਿੰਨ ਗੁਣੀ ਮਾਇਆ ਤ੍ਰਿਵਿਧ ਮਨਸਾ, ਤ੍ਰਿਵਿਧ ਮਾਇਆ ਦੀ ਮਨਸਾ ਵੀ ਉਹਨਾਂ ਦੇ ਅੰਦਰ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ। ਤਾਂ ਇਸ ਕਰਕੇ ਉਹ ਜੋ ਜਮ ਕਾਲ ਦਾ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਭਾਰ ਹੈ ਉਹ ਉਹਨਾਂ ਦੇ ਸਿਰ ਤੋਂ ਨਹੀਂ ਉਤਰਦਾ, ਕਿਉਂਕਿ ਝੂਠ ਬੋਲਣਾ ਜਾਂ ਹੋਰ ਕੋਈ ਕ੍ਰੋਧ ਦੇ ਵਿੱਚ ਆ ਕੇ ਕਿਸੇ ਨੂੰ ਵਰ ਸ਼ਰਾਪ ਦੇਣਾ, ਕੋਈ ਗਲਤ ਕੰਮ ਕਰਨੇ, ਇਹ ਫਿਰ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਹੀ ਜਾਂਦੇ ਹਨ ਜਦੋਂ ਉਹਨਾਂ ਨੂੰ ਜ਼ਰੂਰਤਾਂ ਆਪਣੀਆਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਜਮਕਾਲ ਸਿਰੋਂ ਨਾ ਉਤਰੈ ਤ੍ਰਿਵਿਧ ਮਨਸਾ। ਇਹ ਤ੍ਰੈਗੁਣੀ ਮਾਇਆ ਦੀ ਲਾਲਸਾ ਹੋਣ ਕਰਕੇ ਉਹ ਇੱਕ ਤਰੀਕੇ ਦੇ ਨਾਲ ਆਪਣੀ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਉਹ ਜਮ ਦਾ ਦੰਡ ਜਿਹੜਾ ਹੈ ਉਹਨਾਂ ਦੇ ਸਿਰ ਤੋਂ ਨਹੀਂ ਉਤਰਦਾ। ਉਹ ਆਪਣੇ ਕੀਤੇ ਹੋਏ ਮਾੜੇ ਕੰਮਾਂ ਦਾ ਫਲ ਉਹਨਾਂ ਨੂੰ ਫਿਰ ਭੁਗਤਣਾ ਹੀ ਪੈਂਦਾ ਹੈ ਇਸ ਮਾਇਆ ਦੇ ਵਿੱਚ ਖਚਤ ਹੋਣ ਕਰਕੇ। ਪਰ ਇਸ ਦੇ ਉਲਟ ਜਿਹੜਾ ਗੁਰੂ ਦੀ ਮੱਤ ਗ੍ਰਹਿਣ ਕਰਦਾ ਹੈ, ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ, ਜਿਹੜਾ ਇਨਸਾਨ ਆਪਣੀ ਹਉਮੈ ਦਾ ਤਿਆਗ ਕਰਕੇ ਦਾਸਾਂ ਦਾ ਦਾਸ ਬਣ ਜਾਂਦਾ ਹੈ। ਇਹ ਕਿਹੜੇ ਦਾਸਾਂ ਦਾ ਦਾਸ ਬਣਨਾ ਹੈ? ਇਹ ਦਾਸਾਂ ਦਾ ਦਾਸ ਹੈ ਪੂਰੇ ਗੁਰੂ ਦਾ, ਕਿ ਜਿੱਥੋਂ ਵੀ ਸੱਚ ਦਾ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਗੱਲ ਕਰਦੇ ਹਨ ਉਸ ਦਾ ਦਾਸ ਬਣਨ ਦੀ। ਤੇ ਜਿਹੜਾ ਦਾਸਾਂ ਦਾ ਵੀ ਦਾਸ ਬਣ ਜਾਵੇ, ਭਾਵ ਸਤਸੰਗ ਦੀ ਸਤਸੰਗੀਆਂ ਦੀ ਵੀ ਸੇਵਾ ਕਰੇ ਇਸ ਇੱਛਾ ਦੇ ਨਾਲ ਕਿ ਉਹਨਾਂ ਦੇ ਜੀਵਨ ਜਾਂਚ ਤੋਂ ਮੈਨੂੰ ਵੀ ਪ੍ਰੇਰਣਾ ਮਿਲੇ, ਮੈਨੂੰ ਵੀ ਆਪਣਾ ਜੀਵਨ ਸਵਾਰਨ ਦਾ ਢੰਗ ਤਰੀਕਾ ਸਮਝ 'ਚ ਆ ਜਾਵੇ, ਤਾਂ ਐਸਾ ਬੰਦਾ ਜਿਹੜਾ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਦੀ ਇੱਛਾ ਰੱਖਦਾ ਹੈ, ਉਹਦੇ ਵਾਸਤੇ ਉਦਮ ਉਪਰਾਲਾ ਕਰਦਾ ਹੈ, ਉਹਦੇ ਨੇੜੇ ਇਹ ਆਤਮਕ ਮੌਤ ਫਿਰ ਨਹੀਂ ਆਉਂਦੀ। ਗੁਰਮਤੀ ਗੁਰੂ ਦੀ ਮੱਤ ਦੁਆਰਾ ਕਾਲ ਨਾ ਆਵੇ ਨੇੜੇ, ਇਹ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ, ਕਿਉਂਕਿ ਉਹਦੀ ਆਤਮਕ ਤਰੱਕੀ ਦਿਨੋਂ ਦਿਨ ਹੁੰਦੀ ਹੀ ਰਹਿੰਦੀ ਹੈ। ਜਿਉਂ-ਜਿਉਂ ਉਹ ਸਤਸੰਗਤ ਕਰਦਾ ਹੈ, ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਦਾ ਹੈ, ਆਪਣੇ ਅੰਦਰੋਂ ਹਉਮੈ ਨੂੰ ਘਟਾ ਲੈਂਦਾ ਹੈ, ਉਹ ਦਾਸਾਂ ਦਾ ਦਾਸ ਬਣ ਕੇ ਆਪਣੇ ਅੰਦਰੋਂ ਹਉਮੈ ਦੇ ਰੋਗ ਨੂੰ ਵੀ ਕੱਟ ਲੈਂਦਾ ਹੈ ਤੇ ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ। ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ। ਤੋ ਉਹ ਫਿਰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਆਪਣੇ ਹਿਰਦੇ ਦੇ ਵਿੱਚ ਸੱਚੇ ਪ੍ਰਭੂ ਦਾ ਸ਼ਬਦ, ਗੁਰੂ ਦਾ ਹੁਕਮ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਜਿਹਦੇ ਰਾਹੀਂ ਉਹ ਸੱਚੇ ਪ੍ਰਭੂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ, ਧਿਆਨ ਕਰ ਲੈਂਦਾ ਹੈ। ਤੋ ਘਰ ਦੇ ਅੰਦਰ ਰਹਿੰਦੇ ਹੋਇਆਂ ਵੀ ਫਿਰ ਉਹ ਮਾਇਆ ਦੇ ਪ੍ਰਭਾਵ ਤੋਂ ਉੱਚਾ ਉੱਠ ਜਾਂਦਾ ਹੈ। ਤੋ ਮਾਨੋ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਗ੍ਰਸਤੀ ਹੁੰਦਿਆਂ ਹੋਇਆਂ ਵੀ ਉਦਾਸ ਹੈ, ਮਾਇਆ ਵੱਲੋਂ ਉਪਰਾਮ ਹੈ। ਤੋ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ, ਉਹਦੇ ਮਨ ਦੇ ਅੰਦਰ ਗੁਰੂ ਦੇ ਹੁਕਮ ਦੇ ਦੁਆਰਾ ਸੱਚ ਹੀ ਉਹਦੇ ਅੰਦਰ ਟਿਕਦਾ ਹੈ। ਤੋ ਮਾਨੋ ਉਸ ਸੱਚੇ ਸ਼ਬਦ ਦੀ ਸਿੱਖਿਆ ਦੇ ਰਾਹੀਂ ਉਹਦੇ ਅੰਦਰ ਸੱਚੇ ਪ੍ਰਭੂ ਦੀ ਯਾਦ ਵਸ ਜਾਂਦੀ ਹੈ ਤੇ ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਤਿਆਗੀ ਹੈ। ਅੰਤਲੀ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ, ਨਾਨਕ ਸਤਿਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ, ਕਿ ਜਿਹੜਾ ਸੱਚੇ ਗੁਰੂ ਦੀ ਸੇਵਾ ਕਰਦਾ ਹੈ, ਆਪ ਸੱਚੇ ਗੁਰੂ ਦੀ ਸਿੱਖਿਆ ਨੂੰ ਅਪਣਾ ਲੈਂਦਾ ਹੈ, ਸੱਚੇ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਮੰਨ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਲੈਂਦਾ ਹੈ, ਉਸ ਅਨੁਸਾਰ ਆਪਣਾ ਜੀਵਨ ਚਲਾਉਂਦਾ ਹੈ, ਉਹ ਦੁਨੀਆ ਦੀਆਂ ਆਸ਼ਾਵਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਭਾਵ ਉਹਨਾਂ ਤੋਂ ਉਪਰਾਮ ਹੋ ਜਾਂਦਾ ਹੈ। ਫਿਰ ਜੋ ਆਮ ਦੁਨੀਆਦਾਰ ਬੰਦੇ ਨੂੰ ਮਾਇਆ ਦੇ ਸਾਧਨਾ ਦੀ, ਮਾਇਆ ਦੇ ਸੁੱਖਾਂ ਦੀ ਜੋ ਲਾਲਸਾ ਹੁੰਦੀ ਹੈ, ਇੱਛਾ ਹੁੰਦੀ ਹੈ, ਸੁਖ ਆਰਾਮ ਦੇ ਸਾਧਨਾ ਦੀ ਇੱਛਾ ਹੁੰਦੀ ਹੈ, ਉਹ ਇਨਸਾਨ ਉਹਨਾਂ ਸਾਰੀਆਂ ਇੱਛਾਵਾਂ ਤੋਂ ਉੱਚਾ ਉੱਠ ਜਾਂਦਾ ਹੈ। ਤੋ ਜਿਸ ਹਾਲ ਵਿੱਚ ਵੀ ਉਹ ਜੀਵਨ ਜੀ ਰਿਹਾ ਹੁੰਦਾ ਹੈ, ਉਸੇ ਦੇ ਵਿੱਚ ਹੀ ਉਹ ਸਬਰ ਸੰਤੋਖ ਵਿੱਚ ਰਹਿੰਦਾ ਹੈ। ਉਸਨੂੰ ਜ਼ਿਆਦਾ ਸਰੀਰਕ ਸੁੱਖਾਂ ਦੇ ਭੋਗਣ ਦੀ ਲਾਲਸਾ ਉਹਦੇ ਅੰਦਰੋਂ ਖਤਮ ਹੋ ਜਾਂਦੀ ਹੈ। ਤੋ ਸਹੀ ਮਾਇਨਿਆਂ ਦੇ ਅੰਦਰ ਉਹ ਆਸ਼ਾਵਾਂ ਨੂੰ, ਜਿਵੇਂ ਆਪਣੇ ਮਨ ਦੇ ਵਿੱਚੋਂ ਜਿਹੜੀਆਂ ਦੁਨਿਆਵੀ ਇੱਛਾਵਾਂ ਹਨ, ਉਹਨਾਂ ਤੋਂ ਉੱਚਾ ਉੱਠ ਜਾਂਦਾ ਹੈ, ਉਹਨਾਂ ਨੂੰ ਆਪਣੇ ਮਨ ਤੋਂ ਬਾਹਰ ਕਰ ਦਿੰਦਾ ਹੈ। ਮਾਨੋ ਉਹ ਜਿਵੇਂ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਇਹਨਾਂ ਆਸ਼ਾਵਾਂ ਤੋਂ ਉਪਰਾਮ ਰਹਿੰਦਾ ਹੈ, ਉਹਦੇ ਮਨ ਦੇ ਅੰਦਰ ਇਹ ਆਸ਼ਾਵਾਂ ਪੈਦਾ ਹੀ ਨਹੀਂ ਹੁੰਦੀਆਂ। ਤੋ ਅਸਲ ਉਦਾਸੀ ਉਹ ਨਹੀਂ ਹਨ
ਜਿਹੜੇ ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਜਾ ਕੇ ਕੰਦ-ਮੂਲ ਖਾਂਦੇ ਹਨ ਜਾਂ ਭਗਵਾ ਵੇਸ਼ ਕਰਕੇ ਤੇ ਲੋਕਾਂ ਦੇ ਕੋਲੋਂ ਭਿਖਿਆ ਮੰਗ-ਮੰਗ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ, ਐਸੇ ਲੋਕ ਤਾਂ ਨਾ ਗ੍ਰਸਤੀ ਹਨ ਤੇ ਨਾ ਉਦਾਸੀ ਹਨ। ਮਾਇਆ ਦੀ ਖਿੱਚ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ, ਤੋਂ ਆਤਮਕ ਮੋਤੇ ਵਰਦੇ ਹਨ। ਪਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਜੋ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਂਦੇ ਹਨ, ਉਹ ਘਰ ਵਿੱਚ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਸੱਚੇ ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ ਤੇ ਮਾਇਆ ਦੀਆਂ ਖਿੱਚਾਂ ਤੋਂ ਉੱਪਰ ਉੱਠ ਜਾਂਦੇ ਹਨ, ਮਾਇਆ ਦੇ ਪ੍ਰਭਾਵ ਤੋਂ ਉੱਚੇ ਹੋ ਜਾਂਦੇ ਹਨ। ਐਸੇ ਇਨਸਾਨ ਹੀ ਸਹੀ ਅਰਥਾਂ ਦੇ ਵਿੱਚ ਗ੍ਰਸਥ ਵਿੱਚ ਰਹਿੰਦੇ ਹੋਏ ਵੀ ਅਸਲ ਉਦਾਸੀ ਹਨ। ਸੋ ਅੱਜ ਦੇ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।